ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਨਹੀਂ ਲਾਇਆ ਪ੍ਰੀਤਮ ਆਪਣੈ, ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ। ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਿਲਾ ਦੂਜਾ। ਅੱਗੀ ਪਾਲਾ ਕੇ ਕਰੇ, ਸੂਰਜ ਕੇ ਹੀ ਰਾਤ। ਚੰਦ ਹਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ। ਧਰਤੀ ਚੀਜੀ ਕੇ ਕਰੇ, ਜਿਸ ਵਿੱਚ ਸਭ ਕਿਛ ਹੋਏ। ਨਾਨਕ ਤਾ ਪਤ ਜਾਣੀਐ, ਜਾ ਪਤ ਰਖੈ ਸੋਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ, ਰਾਜਾ ਨ ਰਾਜ ਭਾਨਾ ਨ ਭਾਨ, ਦੇਵਾਨ ਦੇ ਉਪਮਾ ਮਹਾਨ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤਿੰਨਾਂ ਦੀ ਪਵਿੱਤਰ ਹਾਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਪਿਆਰ ਵਾਲਿਓ, ਵੱਡਿਆਂ ਭਾਗਾਂ ਵਾਲੇ ਹਾਂ ਜੀ। ਸਤਿਗੁਰ ਜੀ ਦੀ ਕਿਰਪਾ ਮਿਹਰਾਮਤ ਬਖਸ਼ਿਸ਼ ਦੇ ਸਦਕਾ ਗੁਰਦੇਵ ਪਾਤਸ਼ਾਹ ਜੀ ਦੀ ਹਾਜ਼ੂਰੀ ਵਿੱਚ ਜੁੜ ਕੇ ਸਤ ਸੰਗਤ ਦਾ ਆਨੰਦ ਮਾਣਦੇ ਹਾਂ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਦੇ ਵਿੱਚ 63 ਸ਼ਲੋਕ ਸੁਭਾਈਮਾਨ ਹਨ ਜੀ। ਜਿਸ ਪਵਿੱਤਰ ਸ਼ਲੋਕ ਦਾ ਪਾਠ ਆਪਾਂ ਨੇ ਸਰਵਣ ਕੀਤਾ, ਇਹ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਰਾਗ ਮਾਝ ਕੀ ਵਾਰ ਦੇ ਸ਼ਲੋਕਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਬਾਰਕ ਪਵਿੱਤਰ ਅੰਗ ਨੰਬਰ 150 ਦੇ ਉੱਤੇ ਸੁਭਾਈਮਾਨ ਹੈ ਜੀ। ਆਓ ਸਾਰੇ ਆਪਾਂ ਰਲ ਮਿਲ ਕੇ ਸਤਿਗੁਰੂ ਜੀ ਦੇ ਪਵਿੱਤਰ ਸ਼ਲੋਕ ਦੇ ਵਿਚਾਰ ਆਪਸ ਅੰਦਰ ਸਾਂਝੀ ਕਰੀਏ। ਵਿਚਾਰਾਂ ਦੀ ਅਰਬਤਾ ਤੋਂ ਪਹਿਲਾਂ ਇੱਕੇ ਵਾਰ ਕਹਿਣ ਤੇ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਜਿਹੜੀ ਇੱਜ਼ਤ ਵਡਿਆਈ ਸੱਚ ਦੀ ਹੋਵੇ, ਉਸ ਵਡਿਆਈ ਨੂੰ ਕਦੀ ਕੋਈ ਖੋ ਨਹੀਂ ਸਕਦਾ। ਸਤਿਗੁਰੂ ਜੀ ਨੇ ਕੁਝ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੈ, ਜਿਵੇਂ ਅੱਗ ਤੇ ਪਾਲੇ ਦੀ, ਜਿਵੇਂ ਚੰਦਰਮਾ ਤੇ ਹਨੇਰੇ ਦੀ, ਜਿਵੇਂ ਰਾਤ ਤੇ ਸੂਰਜ ਦੀ। ਗੁਰਦੇਵ ਪਾਤਸ਼ਾਹ ਦੀ ਬਾਣੀ ਸਮਝਾਉਣਾ ਕਰਦੀ ਹੈ ਕਿ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੀ ਕਿਰਪਾ ਦੇ ਨਾਲ ਥਾਪਿਆ ਹੋਵੇ, ਆਪਣੀ ਘਰੋਂ ਮਾਲਕ ਦੀ ਵਡਿਆਈ ਦਿੱਤੀ ਹੋਵੇ, ਉਸ ਵਡਿਆਈ ਨੂੰ ਦੁਨੀਆ ਦਾ ਕੋਈ ਇਨਸਾਨ ਚਾਹ ਕੇ ਵੀ ਨਹੀਂ ਖੋ ਸਕਦਾ। ਦੇਖੋ, ਅੱਜ ਦੇ ਸਮੇਂ ਦੇ ਅੰਦਰ ਅਸੀਂ ਕਹਿੰਦੇ ਹਾਂ ਕਿ ਸਾਡੀ ਇੱਜ਼ਤ ਕਿਸੇ ਦੂਸਰੇ ਦੇ ਹੱਥ ਵਿੱਚ ਹੈ। ਪਤੀ ਕਹਿੰਦਾ ਕਿ ਮੇਰੀ ਇੱਜ਼ਤ ਪਤਨੀ ਦੇ ਹੱਥ ਵਿੱਚ ਹੈ, ਪਤਨੀ ਕਹਿੰਦੀ ਮੇਰੀ ਇੱਜ਼ਤ ਪਤੀ ਦੇ ਹੱਥ ਵਿੱਚ ਹੈ।
ਮਾਂ-ਬਾਪ ਕਹਿੰਦੇ ਕਿ ਸਾਡੀ ਇੱਜ਼ਤ ਬੱਚਿਆਂ ਦੇ ਹੱਥ ਵਿੱਚ ਹੈ, ਬੱਚੇ ਸੋਚਦੇ ਆ ਕਿ ਸਾਡੀ ਇੱਜ਼ਤ ਮਾਂ-ਬਾਪ ਦੇ ਹੱਥ ਵਿੱਚ ਹੈ। ਗੁਰਦੇਵ ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ, ਕਹਿੰਦੇ ਬੰਦਿਆ ਆਪਣੀ ਇੱਜ਼ਤ ਸੱਚ ਦੀ ਕਮਾਈ ਹੋਵੇ ਨਾ ਤੂੰ, ਤੇ ਚੇਤਾ ਰੱਖੀ ਉਹ ਸੱਚ ਦੀ ਇੱਜ਼ਤ ਨੂੰ ਕਦੀ ਕੋਈ ਖੋਹ ਨਹੀਂ ਸਕਦਾ, ਕਦੀ ਉਹ ਸੱਚ ਦੀ ਇੱਜ਼ਤ ਤੇ ਦਾਗ ਨਹੀਂ ਲੱਗ ਸਕਦਾ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਜਿੱਥੇ ਬਾਣੀ ਦਾ ਪਾਠ ਕੀਤਾ, ਵਿਚਾਰ ਸਰਵਣ ਕਰਦੇ ਪਏ ਹਾਂ, ਉੱਥੇ ਧੰਨ ਬਾਬਾ ਅਮਰਦਾਸ ਤਿੰਨਾਂ ਦੀ ਜਦੋਂ ਆਪਾਂ ਰਾਗ ਸੋਰਠ ਕੀ ਵਾਰ ਦੇ ਵਿੱਚੋਂ ਸ਼ਲੋਕਾਂ ਦਾ ਪਾਠ ਕਰਦੇ ਹਾਂ, ਉੱਥੇ ਵੀ ਪਾਤਸ਼ਾਹ ਨੇ ਸਮਝਾਉਣਾ ਕੀਤਾ। ਮਹਾਰਾਜ ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਮਹਾਰਾਜ ਕਹਿੰਦੇ ਜਿਹੜੀਆਂ ਵਡਿਆਈਆਂ ਮਾਲਕ ਆਪਣੇ ਘਰੋਂ ਦਿੰਦਾ ਹੈ ਜੀਵ ਨੂੰ, ਉਹ ਵਡਿਆਈ ਨੂੰ ਦੁਨੀਆ ਦਾ ਕੋਈ ਇਨਸਾਨ ਨਹੀਂ ਖੋ ਸਕਦਾ। ਤੇ ਚੇਤਾ ਰੱਖੀ ਪਰਮਾਤਮਾ ਵਡਿਆਈ ਦੇ ਕੇ ਕਦੀ ਪਛਤਾਪ ਨਹੀਂ ਜੇ ਕਰਿਆ ਕਰਦਾ। ਆਪਾਂ ਕਿਸੇ ਦੀ ਕੋਈ ਸਹਾਇਤਾ ਕਰ ਦਈਏ, ਹੈਲਪ ਕਰੀਏ ਆਪਾਂ ਕਿਸੇ ਦੀ, ਅਸੀਂ ਇਹ ਸੋਚਦੇ ਹਾਂ ਵੀ ਅੱਜ ਉਹਦਾ ਨਾਮ ਕੇਵਲ ਤੇ ਕੇਵਲ ਸਾਡੇ ਕਰਕੇ ਹੈ। ਉਸ ਬੰਦੇ ਨੂੰ ਸਾਡੇ ਗੁਣ ਗਾਣੇ ਚਾਹੀਦੇ, ਸਾਡੀਆਂ ਤਾਰੀਫਾਂ ਕਰਨੀਆਂ ਚਾਹੀਦੀਆਂ, ਸਾਡੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ ਨੇ। ਜੇ ਅਸੀਂ ਆਪਣੇ ਕੰਨਾਂ ਦੇ ਜ਼ਰੀਏ ਉਸ ਮਨੁੱਖ ਤੋਂ ਆਪਣੀ ਤਾਰੀਫ ਨਾ ਸੁਣੀਏ, ਸਾਨੂੰ ਪਛਤਾਪ ਹੁੰਦਾ ਹੈ ਕਿ ਕਾਸ਼ ਇਹਦੀ ਸਹਾਇਤਾ ਨਾ ਕੀਤੀ ਹੁੰਦੀ ਤੇ ਚੰਗਾ ਸੀ, ਅੱਜ ਇਹਦੇ ਰੁਲਦੀ ਰਹਿਣਾ ਸੀਗਾ। ਅਸੀਂ ਵੀ ਉਲਾਮੇ ਦਿੰਦੇ ਆ ਬੰਦੇ ਨੂੰ ਕਿ ਬੰਦਿਆ ਤੇਰੀ ਸਹਾਇਤਾ ਅਸੀਂ ਕੀਤੀ ਸੀ, ਅੱਜ ਜੋ ਕੁਝ ਤੂੰ ਹੈ ਸਾਡੀ ਸਹਾਇਤਾ ਦੇ ਕਰਕੇ ਹੈ, ਸਾਡੀ ਹੈਲਪ ਤੇ ਕਰਕੇ ਹੈ, ਤੇ ਅੱਜ ਤੂੰ ਸਾਨੂੰ ਬਾਤਾਂ ਕਰਦਾ ਪਿਆ। ਕਹਿਣ ਤੋਂ ਭਾਵ ਪਰਮਾਤਮਾ ਦੇ ਘਰੋਂ ਜਦੋਂ ਜੀਵ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ, ਪਰਮਾਤਮਾ ਉਸ ਦੇ ਬਦਲੇ ਆਪਣੀ ਵਡਿਆਈ ਨਹੀਂ ਕਰਾਉਣਾ ਚਾਹੁੰਦਾ ਮਨੁੱਖ ਤੋਂ। ਪਰਮਾਤਮਾ ਨੂੰ ਕੋਈ ਫਰਕ ਨਹੀਂ ਹੈ, ਭਾਵੇਂ ਕੋਈ ਜੀਵ ਉਹਦੀ ਉਸਤਤ ਕਰੀ ਜਾਵੇ ਤੇ ਭਾਵੇਂ ਕੋਈ ਉਹਦੀ ਨਿੰਦਿਆ ਕਰੀ ਜਾਵੇ। ਗੁਰਦੇਵ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਭਾਵੇਂ ਸਾਰਾ ਬ੍ਰਹਿਮੰਡ ਰਲ ਕੇ ਕਹਿ ਦੇਵੇ ਕਿ ਰੱਬ ਹੈ ਹੀ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ ਸਾਰਾ ਬ੍ਰਹਿਮੰਡ ਰਲ ਕੇ ਕਹਿ ਦੇਵੇ ਕਿ ਰੱਬ ਬਹੁਤ ਵੱਡਾ ਹੈ, ਇਹਦੇ ਨਾਲ ਉਹ ਹੋਰ ਵੱਡਾ ਨਹੀਂ ਹੋ ਸਕਦਾ, ਕਿਉਂਕਿ ਉਹਦੀ ਇੱਜ਼ਤ, ਉਹਦਾ ਮਾਣ ਆਪਣੇ ਆਪ ਤੋਂ ਬਣਿਆ ਹੋਇਆ ਹੈ। ਤੇ ਜਿਹੜਾ ਮਾਣ ਸੱਚ ਦਾ ਹੋਵੇ, ਵਡਿਆਈ ਸੱਚ ਦੀ ਹੋਵੇ, ਉਸ ਵਡਿਆਈ ਨੂੰ ਕੋਈ ਨਹੀਂ ਜੇ ਖੋ ਸਕਦਾ। ਆਪ ਜੀ ਵੇਖਦੇ ਹੋ ਦੁਨੀਆ ਤੇ ਦੋ ਚੀਜ਼ਾਂ ਆਮ ਕਰਕੇ ਪ੍ਰਚਲਿਤ ਨੇ, ਇੱਕ ਸਿਲੈਕਸ਼ਨ, ਦੂਸਰਾ ਇਲੈਕਸ਼ਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਪਾਠ ਕਰੀਏ, ਆਪਾਂ ਕਿਸੇ ਨੂੰ ਸਿਲੈਕਟ ਕਰ ਦਈਏ ਜਾਂ ਇਲੈਕਸ਼ਨ ਦੇ ਜ਼ਰੀਏ ਜੇਤੂ ਬਣਾਉਂਦੇ ਆਪਾਂ, ਤੇ ਹਜੇ 6 ਮਹੀਨੇ ਨਹੀਂ ਨਿਕੜੇ ਹੁੰਦੇ, ਆਪਾਂ ਜਦੋਂ ਕਿਸੇ ਨੂੰ ਆਗੂ ਬਣਾਉਣਾ ਹੋਵੇ ਫੁੱਲਾਂ ਦੇ ਹਾਰ ਪਾ ਕੇ ਉਹਦਾ ਸਵਾਗਤ ਕਰਦੇ ਹਾਂ, ਪਰ 6 ਮਹੀਨਿਆਂ ਬਾਅਦ ਸਾਡੇ ਹੱਥ ਵਿੱਚ ਫੁੱਲਾਂ ਦੇ ਹਾਰ ਨਹੀਂ, ਅਸੀਂ ਆਪਣੀ ਰਸਨਾ ਤੋਂ ਉਸਦੇ ਪਰਥਾਏ ਮਾੜੇ ਸ਼ਬਦ ਬੋਲਣ ਲੱਗ ਪੈਂਦੇ ਹਾਂ। 6 ਮਹੀਨਿਆਂ ਬਾਅਦ ਸਾਨੂੰ ਉਹ ਬੰਦਾ ਚੰਗਾ ਲੱਗਦਾ ਹੀ ਨਹੀਂ ਹੈ, ਚਾਹੀਦਾ ਹੀ ਨਹੀਂ ਹੈ। ਉਹਦੀ ਤੇ ਸਿਲੈਕਸ਼ਨ ਵੀ ਸਾਡੇ ਹੱਥ ਵਿੱਚ ਹੈ, ਉਹਨੂੰ ਰਿਜੈਕਟ ਕਰਨਾ ਵੀ ਸਾਡੇ ਹੱਥ ਵਿੱਚ ਹੁੰਦਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੰਦਿਆ ਪਰਮਾਤਮਾ ਵੇਖ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬੰਦਿਆ ਜਿਨਨੇ ਰੱਬ ਨੂੰ ਚੇਤੇ ਕੀਤਾ, ਉਹਨੂੰ ਆਪ ਮਾਲਕ ਨੇ ਆਪਣੇ ਘਰੋਂ ਗੁਣਾ ਦਾ ਖਜ਼ਾਨਾ ਬਖਸ਼ ਦਿੱਤਾ, ਆਪਣੇ ਵਰਗਾ ਬਣਾ ਦਿੱਤਾ। ਰੱਬ ਨੂੰ ਕੋਈ ਥਾਪ ਨਹੀਂ ਸਕਦਾ, ਕਿਸੇ ਨੇ ਰੱਬ ਨੂੰ ਘੜਿਆ ਨਹੀਂ ਹੈ, ਕਿਸੇ ਨੇ ਉਹਨੂੰ ਸਿਲੈਕਟ ਨਹੀਂ ਕੀਤਾ, ਕਿਸੇ ਨੇ ਇਲੈਕਸ਼ਨ ਦੇ ਜ਼ਰੀਏ ਜੇਤੂ ਨਹੀਂ ਬਣਾਇਆ। ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਦੀ ਵਡਿਆਈ ਨੂੰ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਜੀ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਲੋਕ ਦੀ ਵਿਚਾਰ ਕਰਦੇ ਪਏ ਹਾਂ। ਬਾਬਾ ਅਮਰਦਾਸ ਦਾ ਸ਼ਲੋਕ ਆਪਾਂ ਪੜ੍ਹਿਆ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਚੇਤੇ ਰੱਖਣਾ, ਜਦੋਂ ਆਪਾਂ ਇਤਿਹਾਸਕ ਨੁਕਤਾ ਪੜ੍ਹੀਏ ਨਾ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 3 ਸਪੁੱਤਰ ਨੇ। ਸਭ ਤੋਂ ਵੱਡੇ ਨੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਨੇ ਬਾਬਾ ਮਹਾਦੇਵ, ਤੇ ਸਭ ਤੋਂ ਛੋਟੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਬਾਬਾ ਪ੍ਰਿਥੀ ਚੰਦ ਦਾ ਸੁਭਾਅ ਜਿਹੜਾ ਸੀ ਉਹ ਈਰਖਾਲੂ ਬਿਰਤੀ ਦਾ ਸੀ ਜੀ। ਬਾਬਾ ਮਹਾਦੇਵ ਦਾ ਸੁਭਾਅ ਸੀ ਬਿਲਕੁਲ ਬੈਰਾਗੀ ਮਤ ਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਦੀ ਨਿਗਾਹ 'ਚ ਪ੍ਰਵਾਨ ਹੁੰਦੇ ਆ। ਗੁਰਦਾ ਗੱਦੀ ਦੀ ਜ਼ਿੰਮੇਵਾਰੀ ਪੰਚਮ ਪਿਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪ੍ਰਾਪਤ ਹੋਈ। ਵੇਖੋ ਸਾਧ ਸੰਗਤ ਜੀ, ਬਾਬਾ ਪ੍ਰਿਥੀ ਚੰਦ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਸਪੁੱਤਰ ਹੈ, ਗੁਰੂ ਕੁਲ ਹੈ। ਗੁਰੂ ਸਾਹਿਬ ਦਾ ਸਕਾ ਵੱਡਾ ਭਰਾ ਰਿਹਾ, ਗੁਰੂ ਸਾਹਿਬ ਦਾ ਸਕਾ ਵੱਡਾ ਤਾਇਆ ਰਿਹਾ। ਸਮੇਂ ਦੇ ਮੁਤਾਬਕ ਗੁਰੂ ਘਰ ਵਿੱਚ ਪਰਵਿਸ਼ ਹੋਈ। ਇਸ ਦੀ ਵਸਤਰ ਵੀ ਤਨ ਤੇ ਜੇ ਪਾਏ ਗੁਰੂ ਘਰ ਦੇ ਵੱਲੋਂ ਦਿੱਤੀ ਕਾਰ ਭੇਟਾ ਵਿੱਚੋਂ ਪਾਏ ਗਏ। ਹਰ ਪ੍ਰਕਾਰ ਦੀ ਸੁਵਿਧਾ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦੀ ਰਹੀ। ਪਰ ਚੇਤੇ ਰੱਖਿਆ ਜੇ, ਗੁਰੂ ਘਰ ਵਿੱਚੋਂ ਸਾਰਾ ਕੁਝ ਪ੍ਰਾਪਤ ਕਰਨ ਵਾਲਾ ਗੁਰੂ ਸਾਹਿਬ ਮਹਾਰਾਜ ਜੀ ਦਾ ਸਭ ਤੋਂ ਵੱਡਾ ਨਿੰਦਕ ਤੇ ਅਪਸ਼ਬਦ ਵਰਤਣ ਵਾਲਾ ਵੀ ਬਣ ਕੇ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਖਤ ਤੇ ਬਿਰਾਜਮਾਨ ਹੁੰਦੇ ਆ। ਬਾਬਾ ਪ੍ਰਿਥੀ ਚੰਦ ਆਪਣਾ ਤਖਤ ਵੱਖਰਾ ਲਗਾ ਲੈਂਦਾ ਹੈ। ਲੋਕਾਂ ਤੱਕ ਗੱਲ ਪਹੁੰਚਾਉਂਦਾ ਹੈ ਕਿ ਸੱਚਾ ਗੁਰੂ ਮੈਂ ਜੇ। ਬੜਾ ਯਤਨ ਕੀਤਾ ਬਾਬਾ ਪ੍ਰਿਥੀ ਚੰਦ ਨੇ ਕਿਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਆਗੂ ਅਖਵਾ ਲਵਾਂ, ਗੁਰੂ ਅਖਵਾ ਲਵਾਂ, ਪਰ ਗੁਰੂ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਸਭ ਸੱਚੇ ਪਿਤਾ ਨੇ ਆਪ ਆਪਣੇ ਸਰੀਰ ਦੇ ਚੋਲੇ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੱਦੀ ਤੇ ਬਿਰਾਜਮਾਨ ਕੀਤਾ। ਆਪ ਜੀ ਰਾਗ ਸ਼੍ਰੀ ਰਾਗ ਦੇ ਵਿੱਚੋਂ ਧੰਨ ਗੁਰੂ ਅਰਜਨ ਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਪਾਠ ਕਰਨਾ। ਬਾਬੇ ਨਾਨਕ ਨੇ ਜ਼ਿਕਰ ਕੀਤਾ, ਜਿਨ ਕਉ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ। ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ। ਉਹਨਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ। ਨਾਮ ਦੇ ਖਜ਼ਾਨੇ ਦੇ ਕਰਕੇ ਸੰਸਾਰ ਵਿੱਚ ਪ੍ਰਗਟ ਹੁੰਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਸਤਿਗੁਰ ਨੇ ਆਪ ਆਪਣੇ ਜਿਉਂਦੇ ਜੀ ਆਪਣੇ ਸਰੀਰ ਦੇ ਸਮੇਂ ਥਾਪਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਵਡਿਆਈ ਨੂੰ ਕੋਈ ਖੋ ਨਹੀਂ ਸਕਦਾ। ਬੜਾ ਯਤਨ ਕੀਤਾ ਬਾਬੇ ਪ੍ਰਿਥੀ ਚੰਦ ਨੇ, ਕੇਵਲ ਗੱਦੀ ਹੀ ਨਹੀਂ ਬਰਾਬਰ ਲਾਉਂਦਾ ਰਿਹਾ। ਸਮੇਂ ਦੇ ਮੁਤਾਬਕ ਆਪਣੇ ਪੁੱਤਰ ਮਿਹਰਬਾਨ ਨੂੰ ਸਮਝਾ ਦਿੰਦਾ ਹੈ ਕਿ ਸਾਡੇ ਕੋਲ ਬਾਣੀ ਦਾ ਖਜ਼ਾਨਾ ਨਹੀਂ ਹੈ, ਇਸ ਕਰਕੇ ਅਸੀਂ ਸੱਚੇ ਗੁਰੂ ਨਹੀਂ ਅਖਵਾ ਸਕੇ। ਪੁੱਤਰ ਤੂੰ ਬਾਣੀ ਵੀ ਉਚਾਰਨ ਕਰਨੀ। ਉਹਦੇ ਪੁੱਤਰ ਮਿਹਰਬਾਨ ਨੇ ਕੱਚੀਆਂ ਧਾਰਨਾ ਬਾਣੀਆਂ ਵੀ ਉਚਾਰਨ ਕੀਤੀਆਂ, ਪਰ ਸਚਾਈ ਤੇ ਇਹ ਵੇ ਸਤਿਗੁਰ ਦੀ ਬਰਾਬਰੀ ਨਹੀਂ ਜੇ ਕੋਈ ਕਰ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਿੱਥੇ ਪਾਠ ਕਰਦੇ ਪਏ ਆ, ਉੱਥੇ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਤਿੰਨਾਂ ਦੀ ਵਾਰ ਦਾ ਜਦੋਂ ਆਪਾਂ ਪਾਠ ਕਰੀਏ, ਉਹਨਾਂ ਨੇ ਬੜੀਆਂ ਪਿਆਰੀਆਂ ਐਗਜ਼ਾਮਪਲ ਉਦਾਹਰਨਾਂ ਦੇ ਕੇ ਸਾਨੂੰ ਸਮਝਾਇਆ। ਕਹਿਣਾ ਕਰਦੇ, ਕਹਿੰਦੇ ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰਤਾ। ਕਹਿੰਦੇ ਕਿ ਗਿੱਦੜ ਨਾ ਅਚਨਚੇਤ ਨਿਲਾਰੀ ਦੇ ਮੱਟ ਵਿੱਚ ਆ ਕੇ ਡਿੱਗ ਪਿਆ। ਨਿਲਾਰੀ ਸੀ ਕੱਪੜੇ ਰੰਗਣ ਵਾਲਾ, ਬੜਾ ਵੱਡਾ ਉਹਦੇ ਕੋਲ ਇੱਕ ਟੱਪ ਸੀ, ਉਹਦਾ ਕੋਲ ਮੱਟ ਸੀਗਾ। ਉਸ ਮੱਟ ਦੇ ਅੰਦਰ ਰੰਗ ਘੁਲਿਆ ਪਿਆ। ਗਿੱਦੜ ਅਚਨਚੇਤ ਉਹਦੇ ਚ ਆ ਕੇ ਡਿੱਗ ਪਿਆ। ਜਦੋਂ ਗਿੱਦੜ ਡਿੱਗਿਆ ਬਾਹਰ ਨਿਕਲਿਆ ਤੇ ਬੜਾ ਅਜੀਬੋ ਜਿਹਾ ਉਹਦੇ ਪਿੰਡੇ ਤੇ ਤਨ ਤੇ ਰੰਗ ਲੱਗ ਗਿਆ। ਉਹ ਖੁਦ ਆਪਣੇ ਪਿੰਡੇ ਨੂੰ ਵੇਖ ਕੇ ਹੈਰਾਨ ਹੁੰਦਾ ਰਿਹਾ ਕਿ ਮੈਨੂੰ ਰੰਗ ਕਿਸ ਤਰ੍ਹਾਂ ਦਾ ਲੱਗਾ ਹੋਇਆ ਹੈ। ਪਰ ਜਦੋਂ ਜੰਗਲ 'ਚ ਗਿਆ, ਜੰਗਲ ਅੰਦਰ ਦਾਏ ਕੈ ਪਾਖੰਡ ਕਮਤਾ, ਜੰਗਲ ਅੰਦਰ ਜਾਂਦਾ ਗਿੱਦੜ। ਜੰਗਲ ਦੇ ਜੀਵ ਨੇ ਜਿਹੜੇ ਜਾਨਵਰ ਨੇ ਉਹ ਵੇਖ ਕੇ ਸੋਚੀ ਪੈ ਜਾਂਦੇ ਆ ਮਾਨੋ ਕਿ ਇਹ ਵੱਖਰਾ ਹੀ ਜੀਵ ਆ ਗਿਆ, ਇਹ ਵੱਖਰੀ ਕਿਸਮ ਦਾ ਜੀਵ ਹੈ। ਇਹਦੇ ਤੇ ਵੇਖੋ ਰੰਗ ਵੱਖਰਾ ਹੈ, ਇਹਦਾ ਰੂਪ ਰੰਗ ਸਾਡੇ ਨਾਲ ਮਿਲਦਾ ਹੀ ਨਹੀਂ ਹੋ ਸਕਦਾ, ਸਾਡੇ ਤੋਂ ਵੱਧ ਤਾਕਤਵਰ ਹੋਵੇ। ਬੜੇ ਜੀਵ ਡਰ ਗਏ ਤੇ ਇਸ ਗਿੱਦੜ ਨੇ ਕੀ ਕੀਤਾ, ਜੀਵਾਂ ਨੂੰ ਡਰਦੇ ਵੇਖ ਕੇ ਫਾਇਦਾ ਚੁੱਕ ਲਿਆ। ਫਾਇਦਾ ਚੁੱਕਿਆ ਤੇ ਆਪਣੇ ਆਪ ਨੂੰ ਆਗੂ ਬਣਾ ਬੈਠਾ। ਕਹਿੰਦਾ ਮੈਂ ਆਗੂ ਜੇ ਤੁਹਾਡਾ, ਮੈਂ ਸਾਰਿਆਂ ਤੋਂ ਸ੍ਰੇਸ਼ਟ ਸਭ ਤੋਂ ਵੱਧ ਤਾਕਤ ਰੱਖਣ ਵਾਲਾ ਜੀਵਾਂ। ਮੇਰੀ ਹਕੂਮਤ ਚੱਲੇਗੀ ਜੰਗਲ ਅੰਦਰ, ਦਰ ਸੇਵਾ ਮਿਰਗਾਵਲੀ
ਹੋਏ ਬਹਿ ਅਵਤਾ। ਸਾਰੇ ਜੀਵ ਉਹਦੀ ਹਕੂਮਤ ਨੂੰ ਸਵੀਕਾਰ ਕਰ ਬੈਠਿਆ। ਕਰੈ ਹਕੂਮਤ ਅਗਲੀ ਕੂੜੈ ਮਦ ਮਤਾ। ਝੂਠ ਦੇ ਨਸ਼ੇ ਦੇ ਅੰਦਰ ਜਦੋਂ ਕੋਈ ਬੰਦਾ ਗਿਲਤਾਨ ਹੁੰਦਾ ਤੇ ਨਾ ਸਚਾਈ ਤੇ ਇਹ ਜੇ ਉਹਨੂੰ ਭੁੱਲ ਜਾਂਦਾ ਜੇ ਵੀ ਇਹਨੂੰ ਗੁਰੂ ਨੇ ਆਪ ਥਾਪਿਆ। ਇਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਘਰੋਂ ਮਾਣ ਵਡਿਆਈ ਦਿੱਤੀ, ਜਾਂ ਇਹਨਾਂ ਨੇ ਨਾਮ ਭਜਨ ਬੰਦਗੀ ਸਿਮਰਨ ਕਰਕੇ ਸੇਵਾ ਕਰਕੇ ਘਾਲ ਕਮਾਈ ਕਰਕੇ ਵਡਿਆਈ ਪ੍ਰਾਪਤ ਕੀਤੀ ਹੈ। ਕੂੜਿਆਰ ਬੰਦਾ ਸੱਚਿਆਰ ਦੀ ਵਡਿਆਈ ਨੂੰ ਹਮੇਸ਼ਾ ਖੋਣਾ ਚਾਹੁੰਦਾ ਹੈ। ਹੋਸ਼ੇ ਕਪਟ ਕਰਕੇ ਇੱਕ ਦੂਸਰੇ ਦੇ ਪਾਸੋਂ ਇਮਾਨਦਾਰੀ ਵਾਲੀ ਜਿਹੜੀ ਵਡਿਆਈ ਹੈ ਉਹਨੂੰ ਖੋ ਕੇ ਆਪਣੇ ਆਪ ਨੂੰ ਸਿਆਣਾ ਅਖਵਾਉਣਾ ਚਾਹੁੰਦਾ ਜੇ। ਪਰ ਭਾਈ ਗੁਰਦਾਸ ਕਹਿਣਾ ਕਰਦੇ, ਕਹਿੰਦੇ ਬੋਲਣ ਪਾਜ ਉਘਾੜਿਆ ਜਿਉ ਮੂਲੀ ਪੱਤਾ। ਭਾਈ ਗੁਰਦਾਸ ਕਹਿੰਦੇ ਮੂਲੀ ਦੇ ਪੱਤੇ ਹਮੇਸ਼ਾ ਸਮੇਂ ਦੇ ਮੁਤਾਬਕ ਮਹਿਕ ਦੇ ਦਿੰਦੇ ਆ। ਕਹਿੰਦੇ ਇਸੇ ਤਰ੍ਹਾਂ ਕੁੜਿਆਰ ਬੰਦਾ ਜਿਹੜਾ ਹੁੰਦਾ ਜੇ ਉਹਦੇ ਬੋਲਣ ਤੋਂ ਪਤਾ ਲੱਗ ਜਾਂਦਾ ਉਹਦੇ ਅੰਦਰੋਂ ਸੱਚ ਨਿਕਲਦਾ ਪਿਆ ਕਿ ਝੂਠ ਦੇ ਬੋਲ ਨਿਕਲਦੇ ਪਏ ਆ। ਉਹਦੇ ਵਿੱਚੋਂ ਆਪਣੀ ਉਸਤਤ ਸੁਣਨ ਦੇ ਬੋਲ ਨਿਕਲਦੇ ਪਏ ਆ ਜਾਂ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਬੋਲ ਨਿਕਲਦੇ ਪਏ ਆ। ਸੰਤ ਦੇ ਜੀਵਨ ਨੂੰ ਵੇਖੀਏ, ਬ੍ਰਹਮ ਗਿਆਨੀ ਦੇ ਜੀਵਨ ਨੂੰ ਵੇਖੀਏ, ਸੱਚਾਈ ਤੇ ਇਹ ਜੇ ਕੋਈ ਇਨਸਾਨ ਕੇਵਲ ਦੁਨਿਆਵੀ ਬਾਤਾਂ ਕਰਦਾ ਜੇ ਉਹਨੂੰ ਸੰਤ ਨਹੀਂ ਕਹਿ ਸਕਦੇ। ਤੇ ਜੇ ਕੋਈ ਦੁਨਿਆਵੀ ਬਾਤਾਂ ਕਰਦਿਆਂ ਦੁਨੀਆ ਦੇ ਵਿੱਚੋਂ ਰੱਬ ਵੇਖਣ ਦੀ ਜਾਚ ਪਾਉਂਦਾ ਹੈ, ਬਾਬੇ ਨਾਨਕ ਨੇ ਕਿਹਾ ਸਜਣਾ ਤੇਰਾ ਗੁਰੂ ਨਾਨਕ ਦੇ ਘਰ ਵਿੱਚ ਸਵਾਗਤ ਹੈ। ਤੈਨੂੰ ਗੁਰੂ ਨਾਨਕ ਦੇ ਘਰੋਂ ਮਾਣ ਦਿੱਤਾ ਜਾਵੇਗਾ। ਜਿਹੜਾ ਮਾਣ ਬਾਬੇ ਨਾਨਕ ਨੇ ਦਿੱਤਾ ਉਸ ਮਾਣ ਨੂੰ ਕਦੀ ਕੋਈ ਨਹੀਂ ਖੋ ਸਕਦਾ। ਤਿਉ ਦਰਗਾਹ ਮੀਨਾ ਮਾਰੀਐ ਕਰ ਕੂੜ ਕੁਪਤਾ। ਭਾਈ ਗੁਰਦਾਸ ਕਹਿੰਦੇ ਕੁੜਿਆਰ ਬੰਦਾ ਹਮੇਸ਼ਾ ਦਰਗਾਹ ਦੇ ਵਿੱਚ ਮਾਰ ਹੀ ਖਾਇਆ ਕਰਦਾ ਹੈ। ਕੁੜਿਆਰ ਨੂੰ ਕਿਸੇ ਪ੍ਰਕਾਰ ਦਾ ਕੋਈ ਮਾਣ ਵਡਿਆਈ ਇੱਜ਼ਤ ਨਹੀਂ ਪ੍ਰਾਪਤ ਹੋ ਸਕਦੀ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਦਕੇ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਜਿਹੜੇ ਬੰਦਗੀ ਦੇ ਰਸਤੇ ਤੇ ਤੁਰ ਪੈਂਦੇ ਨਾ ਉਹਨਾਂ ਦੀ ਇੱਜ਼ਤ ਨੂੰ ਭਾਵੇਂ ਕੋਈ ਖੋਣ ਦਾ ਯਤਨ ਕਰੇ, ਦਾਗ ਲਾਉਣ ਦਾ ਯਤਨ ਕਰੇ, ਉਹਨਾਂ ਦੀ ਇੱਜ਼ਤ ਨੂੰ ਕੋਈ ਨਹੀਂ ਜੇ ਖੋ ਸਕਦਾ। ਪਾਤਸ਼ਾਹ ਨੇ ਜ਼ਿਕਰ ਕੀਤਾ ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਬੰਦਗੀ ਵਾਲੇ ਦਾ ਕਦੀ ਵੀ ਸੁਭਾਅ ਨਹੀਂ ਜੇ ਦੂਰ ਹੋਇਆ ਕਰਦਾ। ਬੰਦਗੀ ਵਾਲਾ ਫਿਰ ਵੀ ਪਰਮਾਤਮਾ ਵਾਹਿਗੁਰੂ ਜੀ ਦੀ ਉਸਤਤ ਹੀ ਕਰਿਆ ਕਰਦਾ ਜੀ। ਜਿਹੜੀ ਵਡਿਆਈ ਉਹਨੂੰ ਮਾਲਕ ਦੇ ਘਰੋਂ ਪ੍ਰਾਪਤ ਹੋ ਗਈ ਹੈ ਉਸ ਵਡਿਆਈ ਨੂੰ ਦੁਨੀਆ ਦਾ ਕੋਈ ਵੀ ਇਨਸਾਨ ਚਾਹ ਕੇ ਵੀ ਕਿਸੇ ਵੀ ਪ੍ਰਕਾਰ ਨਹੀਂ ਖੋ ਸਕਦਾ। ਜਦੋਂ ਆਪਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ, ਬਾਬਾ ਨਾਨਕ ਸਮੇਂ ਦੇ ਮੁਤਾਬਕ ਉਦਾਸੀਆਂ ਤੇ ਗਏ ਆ। ਦੁਨੀਆ ਦੇ ਲੋਕਾਂ ਨੇ ਜਿੱਥੇ ਸਤਿਕਾਰ ਕੀਤਾ ਉੱਥੇ ਦੁਨੀਆ ਦੇ ਵਿੱਚ ਐਸੇ ਵੀ ਲੋਕ ਸੀ ਜਿਹੜੇ ਬਾਬੇ ਨਾਨਕ ਨੂੰ ਭੂਤਨਾਥ ਤੇ ਬੇਤਾਲਾ ਕਹਿਣ ਲੱਗ ਪਏ। ਕਮਾਲ ਦੀ ਗੱਲ ਵੇਖੋ, ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੇ ਉੱਤੇ ਉਹਨਾਂ ਦਾ ਕੋਈ ਅਸਰ ਨਹੀਂ ਪਿਆ। ਕਿਸੇ ਵੀ ਬੋਲ ਦਾ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਬਾਬੇ ਨਾਨਕ ਦੇ ਪਾਸ ਜਿਹੜੀ ਵਡਿਆਈ ਹੈ ਉਹ ਧੁਰ ਦਰਗਾਹ ਅਕਾਲ ਪੁਰਖ ਦੇ ਦਰਗਾਹ ਵਿੱਚੋਂ ਪ੍ਰਾਪਤ ਹੁੰਦੀ ਪਈ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਬਾਣੀ ਚੰਕਿਤ ਕੀਤੇ। ਫਿਰ ਵੇਖੋ ਸਾਨੂੰ ਕੋਈ ਆਪ ਸ਼ਬਦ ਬੋਲ ਦੇਵੇ ਨਾ, ਮਾੜਾ ਕਹਿ ਦੇਵੇ, ਆਪਾਂ ਉਹ ਸ਼ਬਦ ਲੁਕਾ ਲੈਨੇ ਆ। ਆਪਾਂ ਕਦੀ ਕਿਸੇ ਬੰਦੇ ਨੂੰ ਇਹ ਨਹੀਂ ਕਹਿੰਦੇ ਕਿ ਫਲਾਣੇ ਬੰਦੇ ਨੇ ਮੇਰੇ ਵਾਸਤੇ ਆਹ ਮਾੜੇ ਸ਼ਬਦ ਬੋਲੇ। ਆਪਾਂ ਹਮੇਸ਼ਾ ਇਹ ਕਹਿੰਦੇ ਆ ਕਿ ਫਲਾਣਾ ਬੰਦਾ ਵੀ ਮੇਰੀ ਉਸਤਤ ਕਰਦਾ ਹੈ, ਫਲਾਣੇ ਥਾਂ ਤੇ ਮੈਂ ਆਹ ਕੰਮ ਕੀਤਾ, ਵੇਖੋ ਉਥੋਂ ਦੇ ਲੋਕ ਅੱਜ ਵੀ ਮੈਨੂੰ ਚੇਤੇ ਕਰਦੇ, ਮੇਰੇ ਗੁਣ ਗਾਉਂਦੇ ਪਏ ਆ। ਕਹਿਣ ਤੋਂ ਭਾਵ ਬਾਬੇ ਨਾਨਕ ਨੇ ਇਸ ਬਾਤ ਨੂੰ ਛੁਪਾਇਆ ਨਹੀਂ। ਉਹਨਾਂ ਨੇ ਸਪਸ਼ਟ ਕਿਹਾ ਕੋਈ ਆਖੈ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ। ਤੇ ਬਾਬੇ ਨਾਨਕ ਨੇ ਤਾਂ ਵੀ ਜ਼ਿਕਰ ਕੀਤਾ, ਕਹਿੰਦੇ ਹਉ ਹਰ ਬਿਨ ਅਵਰ ਨਾ ਦਾਨਾ। ਕਹਿੰਦੇ ਅਸੀਂ ਇੱਕ ਅਕਾਲ ਪੁਰਖ ਤੋਂ ਬਿਨਾ ਦੂਸਰੇ ਦੀ ਕਦੀ ਟੇਕ ਨਹੀਂ ਲਈ। ਇਸ ਕਰਕੇ ਮਾਲਕ ਨੇ ਸਦਾ ਵਾਸਤੇ ਆਪਣੇ ਘਰੋਂ ਵਡਿਆਈਆਂ ਜਿਹੜੀਆਂ ਨੇ, ਬਖਸ਼ਿਸ਼ਾਂ ਜਿਹੜੀਆਂ ਨੇ ਉਹ ਸਾਡੀ ਝੋਲੀ ਵਿੱਚ ਪਾਉਣੀਆਂ ਕੀਤੀਆਂ। ਜਦੋਂ ਆਪਾਂ ਭਗਤਾਂ ਦਾ ਜੀਵਨ ਪੜ੍ਹੀਏ, ਹਾਲਾਂਕਿ ਆਪਾਂ ਬਾਣੀ ਜਿੱਥੇ ਪੜ੍ਹਦੇ ਇਤਿਹਾਸ ਨੂੰ ਪੜ੍ਹੀਏ
ਤੇ ਤਕਰੀਬਨ ਬਹੁਤਾਂ ਭਗਤ ਛੋਟੀਆਂ ਜਾਤਾਂ ਜਿਹੜੀਆਂ ਸਮਾਜ ਦੀਆਂ ਕਈਆਂ ਜਾਂਦੀਆਂ ਸਨ ਉਹਨਾਂ ਵਿੱਚੋਂ ਸਨ। ਬਾਣੀ ਜਾਤ ਪਾਤ ਨੂੰ ਨਹੀਂ ਮੰਨਦੀ, ਪਰ ਦੁਨਿਆਵੀ ਲੋਕਾਂ ਨੇ ਛੋਟੀਆਂ ਜਾਤਾਂ ਕਹਿ ਕੇ ਉਹਨਾਂ ਨੂੰ ਪਿੱਛੇ ਕਰ ਦਿੱਤਾ। ਜਦੋਂ ਬੰਦਗੀ ਦੇ ਰਸਤੇ ਤੇ ਭਗਤ ਤੁਰੇ ਆ, ਭਗਤਾਂ ਨੂੰ ਜਿਹੜੀ ਵਡਿਆਈ ਪ੍ਰਮਾਤਮਾ ਦੇ ਘਰੋਂ ਪ੍ਰਾਪਤ ਹੋਈ, ਉਸ ਵਡਿਆਈ ਨੂੰ ਦੁਨੀਆ ਦਾ ਬ੍ਰਾਹਮਣ ਚਾਹ ਕੇ ਵੀ ਨਾ ਖੋ ਸਕਿਆ, ਜਿਸ ਦਾ ਹਵਾਲਾ ਧੰਨ ਬਾਬਾ ਰਵਿਦਾਸ ਨੇ ਮਾਰੂ ਰਾਗ ਦੀ ਪਵਿੱਤਰ ਬਾਣੀ 'ਚ ਦਿੱਤਾ। ਉਹਨਾਂ ਨੇ ਕਿਹਾ, ਪ੍ਰਮਾਤਮਾ ਤੇਰਾ ਸ਼ੁਕਰ ਹੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥਾ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ। ਬਾਬੇ ਰਵਿਦਾਸ ਨੇ ਆਖਿਆ, ਪ੍ਰਮਾਤਮਾ ਲੋਕ ਤੇ ਚਮਾਰ ਕਹਿੰਦੇ ਸੀ ਮੈਨੂੰ, ਚਮੜਾ ਗੰਢਣ ਦਾ ਕੰਮ ਸੀ, ਕਿਸੇ ਦਾ ਪਸ਼ੂ ਮਰ ਜਾਣਾ, ਉਹਨਾਂ ਕਹਿਣਾ ਸੱਦੋ ਰਵਿਦਾਸ ਚਮਾਰ ਨੂੰ, ਉਹ ਪਸ਼ੂ ਚੁੱਕ ਕੇ ਲੈ ਕੇ ਜਾਵੇਗਾ, ਉਹ ਸਾਡੇ ਘਰ ਦੀ ਗੰਦਗੀ ਦੂਰ ਕਰੇਗਾ। ਤੇ ਬਾਬਾ ਰਵਿਦਾਸ ਕਹਿੰਦੇ, ਜਦੋਂ ਲੋਕ ਮੇਰੇ ਘਰ ਵਿੱਚ ਦੇ ਲਾਗਿਓਂ ਨਿਕਲਦੇ, ਆਪਣੇ ਨੱਕ ਨੂੰ ਬੰਦ ਕਰ ਲੈਂਦੇ, ਕਹਿੰਦੇ ਇੱਥੇ ਗੰਦਗੀ ਦੀ ਸਮੈਲ ਆਉਂਦੀ ਹੈ, ਬਦਬੂ ਆਉਂਦੀ ਹੈ, ਇਹਦੇ ਘਰ ਦੇ ਲਾਗਿਓਂ ਨਹੀਂ ਨਿਕਲਣਾ ਪਾਣੇ। ਪਰ ਪ੍ਰਮਾਤਮਾ ਤੇਰੀ ਵਡਿਆਈ ਹੈ, ਤੇਰੀ ਬਖਸ਼ਿਸ਼ ਹੈ, ਤੇਰਾ ਸ਼ੁਕਰਾਨਾ ਹੈ। ਲੋਕ ਤੇ ਮੇਰੀ ਛੂਤ ਤੋਂ ਵੀ ਡਰਦੇ ਸੀ, ਪ੍ਰਸਾਵੇਂ ਤੋਂ ਵੀ ਡਰਦੇ ਸੀ, ਪਰ ਤੂੰ ਮੇਰੇ ਤੇ ਪ੍ਰਸੰਨ ਹੋ ਗਿਆ। ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ। ਲੋਕ ਮੇਰੇ ਪ੍ਰਛਾਵੇਂ ਤੋਂ ਡਰ ਜਾਂਦੇ ਸੀ, ਕਹਿੰਦੇ ਭਿੱਟ ਦੇਵੇਗਾ, ਇੰਦੀ ਸੰਗਤ ਨਾ ਕਰਿਆ ਜੇ ਦੂਰ ਰਿਹਾ ਜੇ। ਪਰ ਪ੍ਰਮਾਤਮਾ ਤੂੰ ਇੰਨਾ ਪਵਿੱਤਰ ਹੈ, ਤੂੰ ਇਹ ਨਹੀਂ ਵੇਖਿਆ ਕਿ ਬਾਬਾ ਰਵਿਦਾਸ ਚਮੜੇ ਦਾ ਕੰਮ ਕਰਨ ਵਾਲਾ ਹੈ, ਇਹਦੇ ਹੱਥਾਂ ਨੂੰ ਖੂਨ ਲੱਗਾ ਹੁੰਦਾ ਹੈ, ਪਰ ਪ੍ਰਮਾਤਮਾ ਤੂੰ ਆਪਣੀ ਬਖਸ਼ਿਸ਼ ਕੀਤੀ, ਤੂੰ ਮੇਰੇ ਉੱਤੇ ਆਪਣੀ ਵਡਿਆਈ ਦਾ ਛਤਰ ਚੁਲਾ ਦਿੱਤਾ। ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਬਾਬਾ ਰਵਿਦਾਸ ਨੇ ਕਿਹਾ, ਇਕੱਲਾ ਮੈਂ ਹੀ ਕਿਉਂ, ਨਾਮਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ। ਬਾਬਾ ਰਵਿਦਾਸ ਕਹਿੰਦੇ, ਬੰਦਗੀ ਵਾਲਿਓ, ਭਾਵੇਂ ਬਾਬਾ ਨਾਮਦੇਵ ਹੋਇਆ, ਭਾਵੇਂ ਬਾਬਾ ਕਬੀਰ ਹੋਇਆ, ਭਾਵੇਂ ਬਾਬਾ ਤ੍ਰਿਲੋਚਨ ਜੀ ਹੋਏ, ਭਾਵੇਂ ਬਾਬਾ ਰਵਿਦਾਸ ਜੀ ਹੋਏ, ਭਗਤ ਜੀ ਨੇ ਸਾਫ਼ ਕਹਿ ਦਿੱਤਾ ਕਿ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਉਹਨਾਂ ਨੂੰ ਹਮੇਸ਼ਾ ਵਾਸਤੇ ਮਾਲਕ ਦੇ ਘਰੋਂ ਵਡਿਆਈਆਂ ਹੀ ਪ੍ਰਾਪਤ ਹੋਈਆਂ। ਅੱਜ ਅਸੀਂ ਦੁਨੀਆਵੀ ਵਡਿਆਈਆਂ ਦੇ ਪਿੱਛੇ ਭੱਜਦੇ ਪਏ ਹਾਂ। ਵੇਖੋ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਨਿਆਵੀ ਵਡਿਆਈਆਂ ਤੋਂ ਸਾਨੂੰ ਪਰੇ ਰਹਿਣ ਦੀ ਹਦਾਇਤ ਦਿੱਤੀ ਹੈ। ਦੁਨਿਆਵੀ ਝੂਠੀ ਖੁਸ਼ਾਮਤ ਕਰਨ ਦੀ ਸਿੱਖਿਆ ਸੱਚੇ ਪਾਤਸ਼ਾਹ ਨੇ ਸਾਨੂੰ ਕਦੀ ਬਾਣੀ 'ਚ ਨਹੀਂ ਜੇ ਦਿੱਤੀ, ਕਦੀ ਇਤਿਹਾਸ ਵਿੱਚ ਨਹੀਂ ਦਿੱਤੀ। ਮਹਾਰਾਜ ਤੇ ਆਪ ਕਹਿੰਦੇ, ਦੁਨੀਆ ਨਾ ਸਾਲਾ ਜੋ ਮਰ ਵੰਜ ਸੀ। ਮਹਾਰਾਜ ਕਹਿੰਦੇ, ਕਿਉਂ ਫੋਕੀ ਉਸਤਤ ਕਰਦਾ ਪਿਆ, ਝੂਠ ਦੀ ਕਿਉਂ ਖੁਸ਼ਾਮਤ ਕਰਦਾ ਪਿਆ, ਤੈਨੂੰ ਪਤਾ ਨਹੀਂ, ਵੇਖ ਇਹ ਸੰਸਾਰ ਨੇ ਇੱਕ ਵਕਤ ਤੈਸ਼ ਨੈਸ਼ ਹੋ ਜਾਣਾ ਹੀ। ਲੋਕਾਂ ਨਾ ਸਾਲਾ ਜੋ ਮਰ ਖਾਕ ਥੀ, ਭਲਿਆ ਉਹਨਾਂ ਲੋਕਾਂ ਦੀ ਕਿਉਂ ਉਸਤਤ ਕਰੀ ਜਾਣਾ ਹੈ, ਜਿਨ੍ਹਾਂ ਲੋਕਾਂ ਨੇ ਸਮੇਂ ਦੇ ਮੁਤਾਬਕ ਮਿੱਟੀ ਦੇ ਅੰਦਰ ਸਮਾ ਜਾਣਾ ਹੈ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਸ਼ਲੋਕ ਪੜ੍ਹਦੇ ਹਾਂ। ਆਪਾਂ ਅੱਗੇ ਚੱਲ ਕੇ ਰਾਗ ਸੂਈ ਕੀ ਵਾਰ ਦੇ ਸ਼ਲੋਕਾਂ ਵਿੱਚ ਪਾਠ ਕਰਾਂਗੇ, ਗੁਰੂ ਅੰਗਦ ਦੇ ਪਾਤਸ਼ਾਹ ਦੇ ਸ਼ਲੋਕਾਂ ਦਾ ਹੀ। ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੀ ਪਵਿੱਤਰ ਰਸਨਾ ਤੋਂ ਬਚਨ ਕਰਦੇ ਆ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜਾ ਰੋਏ, ਜਾਂ ਲਗ ਚਿਤ ਨਾ ਆਵੀ। ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ, ਪ੍ਰਮਾਤਮਾ ਲੋਕਾਂ ਨੂੰ ਭਰੋਸਾ ਹੋਵੇਗਾ ਕਿਸੇ ਦੁਨੀਆਦਾਰਾਂ ਤੇ, ਲੋਕਾਂ ਨੂੰ ਵਿਸ਼ਵਾਸ ਹੋਵੇਗਾ ਕਿਸੇ ਹੋਰ ਤੇ, ਪਰ ਸਾਨੂੰ ਵਿਸ਼ਵਾਸ ਕੇਵਲ ਤੇ ਕੇਵਲ ਤੇਰੇ ਤੇ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਪਾਠ ਕਰਾਂਗੇ। ਜਦੋਂ ਆਪਾਂ ਦੇਵ ਗੰਧਾਰੀ ਬਾਣੀ ਵਿੱਚੋਂ ਪਾਤਸ਼ਾਹ ਨੇ ਬਚਨ ਆ ਕੇ ਕਹਿਣ ਲੱਗੇ, ਕਹਿੰਦੇ, ਅਬ ਹਮ ਚਲੀ ਠਾਕੁਰ ਪਹਿਹਾਰ, ਕਹਿੰਦੇ ਹੁਣ ਅਸੀਂ ਆਪਣੇ ਆਪ ਨੂੰ ਆਪਣੇ ਠਾਕੁਰ ਦੇ ਅੱਗੇ ਕਰ ਦਿੱਤਾ, ਹਵਾਲੇ ਕਰ ਦਿੱਤਾ ਹੈ। ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਹੁਣ ਅਸੀਂ ਪ੍ਰਮਾਤਮਾ ਦੀ ਸ਼ਰਨਾਗਤ ਵਿੱਚ ਹਾਂ। ਜਿਵੇਂ ਉਹਨੂੰ ਚੰਗਾ ਲੱਗਦਾ ਹੈ ਪ੍ਰਮਾਤਮਾ ਉਸੇ ਤਰੀਕੇ ਅਨੁਸਾਰ ਸਾਡੇ ਨਾਲ ਕਰੇ। ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ, ਲੋਗਨ ਕੀ ਚਤੁਰਾਈ ਉਪਮਾ ਤੇ ਬਸੰਤਰ ਜ਼ਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ,
ਹਮ ਤਨ ਦਿਓ ਹੈ ਡਾਰ। ਕਹਿੰਦੇ ਅਸੀਂ ਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਸਰੀਰ ਦਾ ਮੋਹ ਹੀ ਛੱਡ ਦਿੱਤਾ। ਲੋਕ ਭਾਵੇਂ ਚੰਗਾ ਕਹੀ ਜਾਣ, ਭਾਵੇਂ ਮਾੜਾ ਕਹੀ ਜਾਣ, ਅਸੀਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਹਵਾਲੇ ਕੀਤਾ ਹੈ। ਹੁਣ ਗੁਰੂ ਆਪਣੇ ਘਰੋਂ ਵਡਿਆਈ ਦਿੰਦਾ ਜੀ। ਚੇਤੇ ਰੱਖਿਆ ਜੇ ਜਦੋਂ ਸਿੱਖ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ ਨਾ ਗੁਰੂ ਨੂੰ, ਤੇ ਸਿੱਖ ਦੀ ਵਡਿਆਈ ਨੂੰ ਕੋਈ ਖੋ ਨਹੀਂ ਦੇ ਸਕਦਾ, ਚਾਹ ਕੇ ਵੀ ਨਹੀਂ ਖੋ ਸਕਦਾ। ਆਪ ਜੀ ਇਤਿਹਾਸ ਪੜ੍ਹੋ, ਇਤਿਹਾਸ ਦੇ ਪੰਨਿਆਂ ਵਿੱਚੋਂ ਆਪ ਜੀ ਨੂੰ ਬਹੁਤਾਂਤ ਘਟਨਾਵਾਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਸਤਿਗੁਰੂ ਨੇ ਆਪ ਆਪਣੇ ਤਨ ਦੇ ਸਮੇਂ, ਸਰੀਰ ਦੇ ਚੋਲੇ ਸਮੇਂ ਵਡਿਆਈ ਦਿੱਤੀ। ਉਹਨਾਂ ਦੀ ਵਡਿਆਈ ਨੂੰ ਸਮੇਂ ਦੇ ਲੋਕਾਂ ਨੇ ਖੋਹਣ ਦਾ ਯਤਨ ਕੀਤਾ, ਪਰ ਉਹਨਾਂ ਦੀ ਵਡਿਆਈ ਤੇ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਲੱਗ ਸਕਦਾ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸ਼ਲੋਕ ਉਚਾਰਨ ਕੀਤਾ, ਉਦਾਹਰਨਾਂ ਦਿੱਤੀਆਂ। ਪਾਤਸ਼ਾਹ ਕਹਿੰਦੇ ਅੱਗੀ ਪਾਲਾ ਕੇ ਕਰੇ, ਸੂਰਜ ਕੇ ਹੀ ਰਾਤ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਅੱਗ ਜਿਹੜੀ ਆ ਨਾ, ਪਾਲਾ ਤੇ ਅੱਗ, ਆਪ ਜੀ ਵੇਖੋ ਕਦੀ ਅੱਗ ਨੂੰ ਪਾਲਾ ਕੀ ਕਰ ਸਕਦਾ ਹੈ? ਪਾਲਾ ਕੋਈ ਨੁਕਸਾਨ ਥੋੜੀ ਕਰ ਸਕਦਾ ਅੱਗ ਦਾ। ਆਪ ਸਗੋਂ ਆਪਾਂ ਸਰਦੀਆਂ ਦੇ ਅੰਦਰ ਅੱਗ ਸੇਕਦੇ ਆ, ਆਪਣੇ ਤਨ ਦੀ ਸਰਦੀ ਨੂੰ, ਠੰਡਕ ਨੂੰ ਦੂਰ ਕਰਦੇ ਆ। ਤੇ ਇਹਦਾ ਅਭਾਵ ਇਹ ਨਹੀਂ ਕਿ ਸਰਦੀ ਦੇ ਕਰਕੇ ਅੱਗ ਬੁਝ ਜਾਂਦੀ ਹੈ, ਨਹੀਂ। ਅੱਗ ਹਮੇਸ਼ਾ ਪਾਲੇ ਨੂੰ ਸਾਡੇ ਤਨ ਤੋਂ ਦੂਰ ਕਰ ਦਿੰਦੀ ਹੈ। ਅੱਗੇ ਮਹਾਰਾਜ ਕਹਿੰਦੇ ਸੂਰਜ ਜਿਹੜਾ ਹੈ ਉਹ ਰਾਤ, ਤੇ ਸੂਰਜ ਦੀ ਗੱਲ ਕੀਤੀ ਪਾਤਸ਼ਾਹ ਨੇ। ਰਾਤ ਭਾਵੇਂ ਕਿੰਨੀ ਵੀ ਆਪਾਂ ਕਹਿ ਦਈਏ ਹਨੇਰੀ ਹੈ, ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਹਨੇਰੀ ਰਾਤ ਆਪਣੇ ਆਪ ਛੁਪ ਜਾਇਆ ਕਰਦੀ ਹੈ। ਸੂਰਜ ਦਾ ਰਾਤ ਕੁਛ ਵੀ ਨਹੀਂ ਵਿਗਾੜ ਸਕਦੀ। ਕਈਆਂ ਸਾਲਾਂ ਤੋਂ ਕੋਈ ਕਮਰਾ ਬੰਦ ਹੋਵੇ, ਘਰ ਬੰਦ ਹੋਵੇ, ਕਈਆਂ ਵਰਿਆਂ ਤੋਂ ਬਾਅਦ ਆਪਾਂ ਦਰਵਾਜ਼ਾ ਖੋਲ੍ਹ ਦਈਏ ਜਾਂ ਆਪਾਂ ਲੈਂਟਣ ਜਗਾ ਦਈਏ, ਦੀਵਾ ਜਗਾ ਦਈਏ, ਬਲਬ ਜਗਾ ਦਈਏ, ਕਈਆਂ ਸਾਲਾਂ ਦਾ ਹਨੇਰਾ ਇੱਕ ਪਲ ਦੇ ਅੰਦਰ ਉੱਡ ਜਾਂਦਾ ਹੈ, ਕਿਉਂਕਿ ਪ੍ਰਕਾਸ਼ ਤੋਂ ਸਦਾ ਵਾਸਤੇ ਹਨੇਰਾ ਡਰਿਆ ਕਰਦਾ। ਚੰਦ ਹਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ। ਹਨੇਰਾ ਜਿਹੜਾ ਹੈ ਚੰਦਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਕੋਈ ਨੀਵੀਂ ਜਾਤ ਵਾਲਾ ਹੋਵੇ ਤੇ ਪਾਤਸ਼ਾਹ ਦੀ ਬਾਣੀ ਕਹਿਣਾ ਕਰਦੀ ਹੈ ਵੱਡੀ ਜਾਤ ਵਾਲੇ, ਭਾਵ ਕਿ ਇਹਨਾਂ ਗੁਣਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਇਹ ਜਿਵੇਂ ਹਨੇਰਾ ਨੂੰ ਛੋਟਾ ਕਹਿ ਦਿੱਤਾ ਪਾਤਸ਼ਾਹ ਨੇ, ਚੰਦਰਮਾ ਨੂੰ ਉੱਚਾ ਕਿਹਾ, ਸੂਰਜ ਨੂੰ ਉੱਚਾ ਕਿਹਾ, ਰਾਤ ਨੂੰ ਨੀਵਾਂ ਕਿਹਾ ਮਹਾਰਾਜ ਨੇ। ਜਿਵੇਂ ਪਾਤਸ਼ਾਹ ਕਹਿੰਦੇ ਇਹ ਕੁਛ ਨਹੀਂ ਵਿਗਾੜ ਸਕਦੇ, ਇਹ ਤੱਤਾਂ ਦਾ ਆਪਸੀ ਸੁਮੇਲ ਹੈ, ਇਹਨਾਂ ਦੇ ਕਰਕੇ ਨਹੀਂ ਭਿੱਟੇ ਜਾ ਸਕਦੇ। ਇਹ ਧਰਤੀ ਚੀਜੀ ਕੇ ਕਰੇ, ਜਿਸ ਵਿੱਚ ਸਭ ਕੁਝ ਹੋਏ। ਧਰਤੀ ਵਿੱਚ ਹਰੇਕ ਚੀਜ਼ ਪੈਦਾ ਹੁੰਦੀ ਹੈ। ਇਹ ਚੀਜ਼ਾਂ ਧਰਤੀ ਦਾ ਕੱਖ ਨਹੀਂ ਵਿਗਾੜ ਸਕਦੀਆਂ, ਇਹਨਾਂ ਕੋਲ ਇੰਨੀ ਤਾਕਤ ਨਹੀਂ ਹੈ ਕਿ ਇਹ ਧਰਤੀ ਨੂੰ ਨੁਕਸਾਨ ਦੇ ਸਕਣ, ਕਿਉਂਕਿ ਆਪਾਂ ਵੇਖਦੇ ਹਾਂ ਸੰਸਾਰਿਕ ਹਰ ਵਸਤੂ ਦੀ ਜਿਹੜੀ ਉਤਪਤੀ ਹੈ ਉਹ ਧਰਤੀ ਦੇ ਨਾਲ ਹੀ ਜੁੜੀ ਹੋਈ ਹੈ, ਅਟੈਚ ਧਰਤੀ ਦੇ ਨਾਲ ਹੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿਤਰਾ ਨਾਨਕ ਤਾਂ ਪਤ ਜਾਣੀਐ, ਜਾਂ ਪਤ ਰੱਖੈ ਸੋਏ। हे ਨਾਨਕ ਇੱਜ਼ਤ ਉਹ ਸੱਚੀ ਜਾਣ ਜਿਹੜੀ ਇੱਜ਼ਤ ਮਾਲਕ ਦੇ ਘਰੋਂ ਵਡਿਆਈ ਕਰਕੇ, ਮਿਹਰਮਤਾਂ ਦੇ ਬਖਸ਼ਿਸ਼ਾਂ ਦੇ ਕਰਕੇ ਪ੍ਰਾਪਤ ਹੋਈ ਹੈ। ਉਹ ਇੱਜ਼ਤ ਬਿਲਕੁਲ ਸੱਚੀ ਹੈ। ਉਸ ਵਡਿਆਈ ਨੂੰ ਦੁਨੀਆ ਦਾ ਕੋਈ ਇਨਸਾਨ ਨਹੀਂ ਖੋ ਸਕਦਾ। ਤੂੰ ਮਾਲਕ ਦੀ ਉਸਤਤ ਕਰ, ਮਾਲਕ ਦੇ ਗੁਣਾਂ ਨੂੰ ਗਾਉਂਦਾ ਜਾ ਤੇ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਜਾਵੇਂਗਾ। ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ। ਅਸੀਂ ਜਿੱਥੇ ਦੁਨਿਆਵੀ ਵਡਿਆਈ ਕਰਨ ਦੇ ਇਛੁਕ ਹੋ ਗਏ ਆ ਜਾਂ ਦੁਨਿਆਵੀ ਵਡਿਆਈ ਆਪਾਂ ਭਾਲਦੇ ਆ, ਸਤਿਗੁਰੂ ਮਿਹਰਾਮਤ ਕਰ ਦੇਣ, ਤਰਸ ਕਰ ਦੇਣ। ਅਸੀਂ ਸੱਚੇ ਨਾਮ ਦੀ ਵਡਿਆਈ ਕਰੀਏ। ਸੱਚੇ ਨਾਮ ਦੀ ਵਡਿਆਈ ਦੇ ਕਰਕੇ ਮਾਲਕ ਦੀ ਦਰਗਾਹ 'ਚ ਪ੍ਰਵਾਨ ਹੋ ਸਕਦੇ ਆ। ਬਾਬੇ ਨਾਨਕ ਨੇ ਵੀ ਬਚਨ ਕੀਤੇ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ। ਮਾਲਕ ਦੀ ਸੱਚੀ ਉਸਤਤ ਦੇ ਕਰਕੇ ਦਰਗਾਹ 'ਚ ਮਾਣ ਹੈ। ਸਾਡੇ ਸਭਨਾ ਦੇ ਜਾਣਗੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਿਤਨੀਆਂ ਬਿਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।